डियर स्टूडेंट्स, अज आप एक पोएम पढ़ते हैं द इकोइंग ग्रीन। पोइट का नाम है विलियम ब्लेक। द सन डज अराइज एंड मेक हैप्पी द स्काइज। द मैरी बेल्स रिंग टू वेलकम द स्प्रिंग। द स्काईलार्क एंड थ्रश, द बर्ड्स ऑफ द बुश sing louder around to the bell's cheerful sound, while our sports shall be seen on the echoing green. The sun does arise. सूरज अराइज ਹੁੰਦਾ मतलब ਉਦੇ ਹੁੰਦਾ ਹੈ, ਸੂਰਜ ਨਿਕਲਦਾ ਹੈ। ਐਂਡ ਮੇਕ ਹੈਪੀ ਦਾ ਸਕਾਈਜ਼, ਅਤੇ ਆਕਾਸ਼ ਖੁਸ਼ ਹੋ ਜਾਂਦਾ ਹੈ। ਦ ਮੈਰੀ ਬੈਲਜ਼ ਰਿੰਗ, ਹੁਣ ਜਿਵੇਂ ਚਰਚ ਹੈ, ਚਰਚ ਵਿੱਚੋਂ ਮੈਰੀ ਬੈਲਜ਼ ਦੀ ਆਵਾਜ਼ ਆ ਰਹੀ ਹੈ। ਮੈਰੀ ਬੈਲਜ਼ ਮੈਨੇ ਖੁਸ਼ੀਆਂ ਦੀਆਂ ਘੰਟੀਆਂ, ਜਿਵੇਂ ਗਿਰਜਾ ਘਰ ਜਾਂ ਜਿਹਨੂੰ ਚਰਚ ਬੋਲਦੇ ਆਪਾਂ ਇੰਗਲਿਸ਼ ਵਿੱਚ, ਜਦੋਂ ਉਸ ਦੀਆਂ ਬੈਲਜ਼ ਰਿੰਗ ਹੋ ਰਹੀਆਂ, ਆਵਾਜ਼ਾਂ ਆ ਰਹੀਆਂ ਬੈਲਜ਼ ਦੀਆਂ, ਘੰਟੀਆਂ ਦੀਆਂ ਆਵਾਜ਼ਾਂ, ਤਾਂ ਉਹ ਖੁਸ਼ੀਆਂ ਨੂੰ ਸ਼ੋਅ ਕਰਨ ਵਾਲੀਆਂ। ਮੈਰੀ ਟੂ ਵੈਲਕਮ ਦਾ ਸਪਰਿੰਗ, ਅਤੇ ਇਹ ਜਿਹੜੀਆਂ ਘੰਟੀਆਂ ਇਹਦੀ ਆਵਾਜ਼ ਇੱਕ ਤਰ੍ਹਾਂ ਵੈਲਕਮ ਕਰ ਰਹੀ ਹੈ ਸਪਰਿੰਗ ਨੂੰ, ਬਸੰਤ ਰੁੱਤ ਦਾ ਵੈਲਕਮ ਕਰ ਰਹੀ ਹੈ। ਦ ਸਕਾਈਲਾਰਕ ਐਂਡ ਥਰਸ਼, ਇਹ ਬੇਟੇ ਦੋ ਬਰਡਸ ਦੇ ਨਾਮ ਹੈ, ਨੇਮ ਆਫ ਬਰਡਸ ਹੈ, ਇਹ ਬੁਸ਼ ਦੇ ਪੰਛੀ ਹੈ। ਨੇਮ ਆਫ ਬਰਡਸ ਦ ਸਕਾਈਲਾਰਕ ਐਂਡ ਥਰਸ਼, ਇਹ ਦੋਵੇਂ ਨਾਮ ਯਾਦ ਰੱਖਣੇ ਆ ਤੁਸੀਂ। ਦ ਬਰਡਸ ਆਫ ਦ ਬੁਸ਼, ਝਾੜੀਆਂ ਦੇ ਪੰਛੀ ਹੈ। ਸਿੰਗ ਲਾਊਡਰ, ਇਹ ਵੀ ਉੱਚੀ ਆਵਾਜ਼ ਵਿੱਚ ਗਾਉਂਦੇ ਹੈ। ਟੂ ਦ ਬੈਲਜ਼ ਚੀਅਰਫੁਲ ਸਾਊਂਡ, ਵੀ ਜਿਵੇਂ ਜਿਵੇਂ ਚਰਚ ਵਾਲੀਆਂ ਘੰਟੀਆਂ ਦੀ ਆਵਾਜ਼ ਉੱਚੀ ਹੈ, ਉਵੇਂ ਉਵੇਂ ਜਿਹੜੇ ਇਹ ਪੰਛੀ ਹੈ ਇਹ ਵੀ ਉੱਚੀ ਆਵਾਜ਼ ਵਿੱਚ ਗਾ ਰਹੇ ਹੈ। ਵਾਈਲ ਆਵਰ ਸਪੋਰਟਸ ਸ਼ੈਲ ਬੀ ਸੀਨ ਔਨ ਦ ਇਕੁਇੰਗ ਗ੍ਰੀਨ। ਇਕੁਇੰਗ ਗ੍ਰੀਨ ਮਤਲਬ ਜਿਹੜਾ ਹਰਿਆ ਭਰਿਆ ਗ੍ਰੀਨ ਮੈਦਾਨ ਹੈ, ਉੱਥੇ ਸਾਡੀਆਂ ਹੁਣ ਸਪੋਰਟਸ ਦੇਖੀਆਂ ਜਾਣਗੀਆਂ, ਬੱਚੇ ਉੱਥੇ ਖੇਡਣਗੇ। ਤਾਂ ਇਹ ਫਸਟ ਸਟੈਂਜਾ ਕੀ ਸ਼ੋਅ ਕਰ ਰਿਹਾ ਹੈ ਵੀ ਆਕਾਸ਼ ਦੇ ਵਿੱਚ ਸੂਰਜ ਨਿਕਲ ਰਿਹਾ ਹੈ, ਖੁਸ਼ੀ ਛਾ ਰਹੀ ਹੈ ਸਾਰੇ ਪਾਸੇ। ਚਰਚ ਵਿੱਚੋਂ ਮੈਰੀ ਬੈਲਜ਼ ਦੀਆਂ ਰਿੰਗ ਆਵਾਜ਼ ਆ ਰਹੀ ਹੈ, ਅਤੇ ਇਹ ਕੀ ਕਰ ਰਹੀਆਂ, ਇਹ ਸਪਰਿੰਗ ਸੀਜ਼ਨ ਨੂੰ, ਬਸੰਤ ਦੀ ਰੁੱਤ ਦਾ ਵੈਲਕਮ ਕਰ ਰਹੀਆਂ। ਪੰਛੀ ਕਿਹੜੇ ਗਾ ਰਹੇ ਹੈ? ਦ ਸਕਾਈਲਾਰਕ ਐਂਡ ਥਰਸ਼, ਇਹ ਦੋਵੇਂ ਬੁਸ਼ ਦੇ ਪੰਛੀ ਹੈ। ਬੁਸ਼ ਮਤਲਬ ਝਾੜੀ, ਅਤੇ ਇਹ ਵੀ ਉੱਚੀ ਆਵਾਜ਼ ਵਿੱਚ ਹੀ ਗਾਉਂਦੇ ਹੈ। ਅਤੇ ਐਸ ਹੁਣ ਗ੍ਰੀਨ ਮੈਦਾਨ ਦੇ ਵਿੱਚ ਹੁਣ ਸਾਡੀਆਂ ਗੇਮਸ ਦੇਖੀਆਂ ਜਾਣਗੀਆਂ। ਓਲਡ ਜੋਹਨ ਵਿਦ ਵਾਈਟ ਹੇਅਰ ਡਜ਼ ਲਾਫ ਅਵੇ ਕੇਅਰ, ਸਿਟਿੰਗ ਅੰਡਰ ਦਾ ਓਕ ਅਮੰਗ ਦਾ ਓਲਡ ਫੋਕ। ਹੁਣ ਦੇਖੋ, ਓਲਡ ਜੋਹਨ ਇੱਕ ਬੁੱਢਾ ਆਦਮੀ ਹੈ, ਉਹਦਾ ਨਾਮ ਕੀ ਹੈ? ਜੋਹਨ। ਵਾਈਟ ਹੇਅਰ ਮਤਲਬ ਉਸਦੇ ਵਾਲ ਚਿੱਟੇ ਹੋ ਚੁੱਕੇ ਹੈ, ਸਫੈਦ ਹੋ ਚੁੱਕੇ ਹੈ। ਡਜ਼ ਲਾਫ ਅਵੇ ਕੇਅਰ, ਕੇਅਰ ਦਾ ਮਤਲਬ ਹੁੰਦਾ ਬੇਟੇ ਚਿੰਤਾ। ਉਹ ਵੀ ਆਪਦੀ ਚਿੰਤਾ ਨੂੰ ਲਾਫ ਅਵੇ ਕਰ ਦਿੰਦਾ ਹੈ, ਉਹ ਪਰੇ ਕਰ ਦਿੰਦਾ ਹੈ। ਸਿਟਿੰਗ ਅੰਡਰ ਦਾ ਓਕ, ਓਕ ਇੱਕ ਦਰਖਤ ਦਾ ਨਾਮ ਹੈ, ਟਰੀ ਦਾ ਨਾਮ ਹੈ, ਓਕ ਟਰੀ। ਬਲੂਤ ਬੋਲਦੇ ਆ ਪੰਜਾਬੀ 'ਚ, ਵੈਸੇ ਤੁਸੀਂ ਐਵੇਂ ਹੀ ਯਾਦ ਰੱਖ ਲੈਣਾ। ਦਾ ਓਕ ਟਰੀ ਦੇ ਨੀਚੇ ਉਹ ਬੈਠਾ ਹੈ। ਅਮੰਗ ਦਾ ਓਲਡ ਫੋਕ, ਕਿੰਨਾ ਦੇ ਵਿਚਕਾਰ ਬੈਠਾ? ਉਹ ਬੁੱਢੇ ਜਿਹੜੇ ਪਰਸਨਸ ਹੈ ਉਹਨਾਂ ਦੇ ਵਿਚਕਾਰ ਬੈਠਾ ਹੈ। ਹੁਣ ਕਿੰਦੀ ਨਾ ਗੱਲ ਕੀਤੀ ਬੇਟੇ? ਓਲਡ ਜੋਹਨ ਆਪਣੇ ਸਾਥੀਆਂ ਨਾਲ ਓਕ ਟਰੀ ਦੇ ਨੇੜੇ ਬੈਠਾ ਹੈ, ਅਤੇ ਉਹ ਵੀ ਲਾਫ ਅਵੇ ਕੇਅਰ, ਆਪਦੀ ਚਿੰਤਾ ਨੂੰ ਛੱਡ ਦਿੰਦਾ ਹੈ। ਦੇ ਲਾਫ ਐਟ ਅਵਰ ਪਲੇ, ਹੁਣ ਬੱਚੇ ਖੇਡਦੇ ਪਏ ਹੈ, ਅਤੇ ਉਹਨਾਂ ਨੂੰ ਦੇਖ ਕੇ ਕੌਣ ਖੁਸ਼ ਹੋ ਰਿਹਾ, ਹੱਸ ਰਿਹਾ? ਇਹ ਜਿਹੜੇ ਬੁੱਢੇ ਲੋਕ ਜਾਂ ਓਲਡ ਜੋਹਨ, ਇਹ ਸਾਰੇ ਖੁਸ਼ ਹੋ ਰਹੇ ਹੈ। ਲਿਖਿਆ ਨਾ, ਦੇ ਲਾਫ ਐਟ ਅਵਰ ਪਲੇ। ਨੈਕਸਟ, ਐਂਡ ਸੂਨ ਦੇ ਆਲ ਸੇ, ਫਿਰ ਉਹ ਸਾਰੇ ਜਣੇ ਜਲਦੀ ਹੀ ਕੀ ਬੋਲਦੇ ਆਓ? ਸੱਚ, ਸੱਚ ਵਰ ਦਾ ਜੁਆਇਜ਼। ਐਸੇ ਤਰ੍ਹਾਂ ਦੀਆਂ ਖੁਸ਼ੀਆਂ ਸੀ, ਐਸੇ ਤਰ੍ਹਾਂ ਦੇ ਜੁਆਇਜ਼ ਸੀ। ਵੈਨ ਵੀ ਆਲ ਗਰਲਜ਼ ਐਂਡ ਬॉयਜ਼, ਹੁਣ ਜਿਹੜੇ ਬੁੱਢੇ ਲੋਕ ਹੈ ਕੀ ਕਹਿੰਦੇ ਆ? ਜਦੋਂ ਅਸੀਂ ਗਰਲਜ਼ ਸੀ, ਜਦੋਂ ਅਸੀਂ ਬॉयਜ਼ ਸੀ, ਐਸੇ ਤਰ੍ਹਾਂ ਦੀਆਂ ਜੁਆਇਜ਼ ਸੀ, ਐਸੇ ਤਰ੍ਹਾਂ ਦੀਆਂ ਖੁਸ਼ੀਆਂ ਸੀ। ਇਨ ਆਵਰ ਯੂਥ ਟਾਈਮ ਵਰ ਸੀਨ ਔਨ ਦਾ ਇਕੁਇੰਗ ਗ੍ਰੀਨ, ਇਹੋ ਜਿਹਾ ਹੀ ਸਮਾਂ ਹੁੰਦਾ ਸੀਗਾ ਐਸ ਇਕੁਇੰਗ ਗ੍ਰੀਨ ਦੇ, ਐਸ ਹਰੇ ਭਰੇ ਮੈਦਾਨ ਦੇ ਉੱਪਰ, ਜਦੋਂ ਅਸੀਂ ਵੀ
लड़के लड़कियां सी असी भी इंज ही खुशियां नाल खेडिया करते सी। नैक्सट स्टैंजा, टिल द लिटल वनस वीरी। टिल द लिटल वनस वीरी। वीरी हुंदा बेटे थके होना, टायर्ड, थके होना। ਜਦੋਂ ਸਾਰੇ ਜਣੇ ਥੱਕ ਜਾਂਦੇ ਸੀ, ਵੀਅਰੀ ਹੋ ਜਾਂਦੇ ਸੀ, ਨੋ ਮੋਰ ਕੈਨ ਬੀ ਮੈਰੀ, ਹੁਣ ਹੋਰ ਜ਼ਿਆਦਾ ਉਹ ਖੁਸ਼ ਹੋ ਨਹੀਂ ਸਕਦੇ ਸੀ। ਇਹਨੂੰ ਕਿਵੇਂ ਆਪਾਂ ਸਮਝਣਾ ਹੈ ਵੀ ਮੰਨ ਲਓ ਬੱਚਾ ਖੇਡਣਾ ਚਾਹੁੰਦਾ ਹੈ, ਖੇਡ ਕੇ ਉਹ ਖੁਸ਼ ਹੈ, ਪਰ ਉਹ ਖੇਡਦਾ ਰਹਿੰਦਾ, ਇੱਕ ਟਾਈਮ ਉਹ ਜਿਹਾ ਆ ਜਾਂਦਾ ਹੈ ਜਦੋਂ ਬਹੁਤ ਜ਼ਿਆਦਾ ਥੱਕ ਜਾਂਦਾ ਹੈ, ਤਾਂ ਫਿਰ ਉਦੋਂ ਖੇਡਣਾ ਉਹਨੂੰ ਖੁਸ਼ੀ ਨਹੀਂ ਦੇ ਸਕਦਾ, ਤਾਂ ਨੋ ਮੋਰ ਕੈਨ ਬੀ ਮੈਰੀ, ਉਹ ਹੋਰ ਜ਼ਿਆਦਾ, ਮੈਰੀ ਮੈਨੇ ਬੈਠੀ ਹੁੰਦਾ ਹੈਪੀ, ਖੁਸ਼ ਹੋਣਾ, ਉਹ ਹੋਰ ਜ਼ਿਆਦਾ ਖੁਸ਼ ਨਹੀਂ ਹੋ ਸਕਦੇ ਕਿਉਂਕਿ ਉਹ ਬਹੁਤ ਜ਼ਿਆਦਾ ਥੱਕ ਚੁੱਕੇ ਹੈ। ਦ ਸਨ ਡਜ਼ ਡਿਸੈਂਡ, ਪਹਿਲਾਂ ਸੂਰਜ ਉਦੇ ਹੋਇਆ ਸੀ, ਚੜ੍ਹਿਆ ਸੀ, ਹੁਣ ਡਿਸੈਂਡ ਮੈਨੇ ਛਿਪ ਰਿਹਾ। ਐਂਡ ਅਵਰ ਸਪੋਰਟਸ ਹੈਵ ਐਨ ਐਂਡ, ਤੇ ਸਾਡੀਆਂ ਸਪੋਰਟਸ ਦਾ ਐਂਡ ਹੋ ਜਾਂਦਾ ਹੈ, ਖਤਮਾ ਮਤਲਬ ਕਿ ਬੰਦ ਹੋ ਜਾਂਦੀਆਂ। ਬੱਚੇ ਥੱਕ ਗਏ, ਗੇਮਾਂ ਬੰਦ ਹੋ ਗਈਆਂ, ਸਪੋਰਟਸ ਬੰਦ ਹੋ ਗਈਆਂ। ਰਾਊਂਡ ਦਾ ਲੈਪਸ ਆਫ ਦੇਅਰ ਮਦਰਸ, ਹੁਣ ਬੱਚੇ ਹੈ ਜਿਹੜੇ ਥੱਕ ਕੇ, ਗੇਮਸ ਬੰਦ ਹੋ ਗਈਆਂ, ਸਪੋਰਟਸ ਬੰਦ ਹੋ ਗਈਆਂ, ਤੇ ਹੁਣ ਉਹ ਬੱਚੇ ਆਪਦੀਆਂ ਮਾਵਾਂ ਦੀਆਂ ਗੋਦ ਦੀ ਡਿੱਗ ਮਾਰ ਰਹੇ ਹੈ, ਮਤਲਬ ਕਿ ਆਪਦੀਆਂ ਮਾਵਾਂ ਦੇ ਕੋਲ ਪਹੁੰਚ ਜਾਂਦੇ ਹੈ। ਮੈਨੀ ਸਿਸਟਰਸ ਐਂਡ ਬ੍ਰਦਰਸ, ਇਸ ਤਰ੍ਹਾਂ ਹੀ ਜਦੋਂ ਹੋਰ ਬਾਕੀ ਸਾਰੇ ਬੱਚੇ ਭੈਣਾਂ ਭਰਾ ਉਹ ਕਿੱਥੇ ਪਹੁੰਚ ਜਾਂਦੇ, ਆਪਦੀਆਂ ਮਾਵਾਂ ਕੋਲੇ ਪਹੁੰਚ ਜਾਂਦੇ ਹੈ। ਲਾਈਕ ਬਰਡਸ ਇਨ ਦੇਅਰ ਨੈਸਟ, ਕਿਸ ਤਰ੍ਹਾਂ, ਜਿਵੇਂ ਬਰਡਸ ਹੈ, ਬਰਡ ਸਾਰਾ ਦਿਨ ਘੁੰਮਦੇ ਰਹਿੰਦੇ ਆ ਤੇ ਸ਼ਾਮ ਨੂੰ ਆਪਣੇ ਨੈਸਟ ਵਿੱਚ ਪਹੁੰਚ ਜਾਂਦੇ ਆ, ਆਲ੍ਹਣਿਆਂ ਵਿੱਚ ਪਹੁੰਚ ਜਾਂਦੇ ਆ, ਉਵੇਂ ਬੱਚੇ ਖੇਡ ਖੂਡ ਕੇ ਉਸ ਤੋਂ ਬਾਅਦ ਆਪਦੀ ਮਾਂ ਕੋਲੇ ਪਹੁੰਚ ਜਾਂਦੇ ਆ। ਆਰ ਰੈਡੀ ਫॉर ਰੈਸਟ, ਹੁਣ ਉਹ ਰੈਸਟ ਕਰਨ ਲਈ ਤਿਆਰ ਹੈ, ਮਤਲਬ ਕਿ ਹੁਣ ਆਰਾਮ ਕਰਨਗੇ ਉਹ। ਐਂਡ ਸਪੋਰਟ ਨੋ ਮੋਰ ਸੀਨ, ਹੁਣ ਗੇਮਾਂ, ਹੁਣ ਸਪੋਰਟ ਹੁਣ ਨਹੀਂ ਦਿਸਣਗੀਆਂ। ਔਨ ਦਾ ਡਾਰਕਨਿੰਗ ਗ੍ਰੀਨ, ਡਾਰਕਨਿੰਗ ਗ੍ਰੀਨ ਮਤਲਬ ਹੁਣ ਜਦੋਂ ਹਨੇਰਾ ਹੋ ਗਿਆ ਤਾਂ ਉੱਥੇ ਹੁਣ ਕੋਈ ਵੀ ਗੇਮਾਂ ਜਿਹੜਾ ਹੈਗੀਆਂ ਉਹ ਨਹੀਂ ਚੱਲਣਗੀਆਂ। ਬੱਚੇ ਸਾਰੇ ਆਪਦੀਆਂ ਮਾਵਾਂ ਕੋਲੇ ਪਹੁੰਚ ਗਏ, ਕਿੰਨਾ ਵਾਂਗੂ, ਲਾਈਕ ਬਰਡਸ ਇਨ ਦੇਅਰ ਨੈਸਟ। ਹੁਣ ਇਹ 3 ਪੈਰਿਆਂ ਦੇ ਵਿੱਚ ਬੇਟੇ ਸਿੰਪਲ ਜੀ ਪੋਇਮ ਸੀ। ਪਹਿਲੀ 'ਚ ਦੱਸਿਆ ਖੁਸ਼ੀਆਂ ਸ਼ੋਅ ਕੀਤੀਆਂ ਜਦੋਂ ਸੂਰਜ ਚੜ੍ਹ ਰਿਹਾ, ਚਰਚ ਵਿੱਚ ਬੈਲਜ਼ ਰਿੰਗ ਕਰ ਰਹੀਆਂ, ਪੰਛੀ ਗਾ ਰਹੇ ਹੈ ਤੇ ਉਹ ਹੋਰ ਉੱਚੀ ਆਵਾਜ਼ 'ਚ ਗਾਉਂਦੇ ਹੈ ਤੇ ਬੱਚੇ ਖੇਡ ਰਹੇ ਹੈ। ਉਹਨਾਂ ਬੱਚਿਆਂ ਨੂੰ ਕੌਣ ਦੇਖ ਰਿਹਾ ਹੈ, ਬੁੱਢੇ ਲੋਕ, ਉਹਨਾਂ ਨੂੰ ਵੇਖ ਕੇ ਉਹ ਖੁਸ਼ ਹੋ ਰਹੇ ਹੈ ਅਤੇ ਉਹ ਆਪਣਾ ਬਚਪਨ ਦਾ ਸਮਾਂ ਯਾਦ ਕਰਦੇ ਆ ਜਦੋਂ ਉਹ ਵੀ ਉਹਨਾਂ ਵਾਂਗੂ ਇੰਜ ਖੇਡਿਆ ਕਰਦੇ ਸੀ। ਹੁਣ ਐਂਡ ਵਾਲਾ ਜਿਹੜਾ ਸਟੈਂਜਾ ਹੈ ਇਹਦੇ ਵਿੱਚ ਬੇਟੇ ਦੱਸਿਆ ਵੀ ਹੁਣ ਸੂਰਜ ਛਿਪ ਰਿਹਾ ਹੈ, ਬੱਚੇ ਥੱਕ ਚੁੱਕੇ ਹੈ, ਉਹ ਹੋਰ ਖੁਸ਼ੀ ਨਹੀਂ ਮਾਣ ਸਕਦੇ ਖੇਡ ਕੇ, ਤੇ ਸਪੋਰਟਸ ਜਿਹੜੀਆਂ ਉਹ ਐਂਡ ਹੋ ਗਈਆਂ ਤੇ ਬੱਚੇ ਆਪਦੀਆਂ ਮਾਵਾਂ ਦੀਆਂ ਗੋਦੀਆਂ ਵਿੱਚ ਉਵੇਂ ਪਹੁੰਚ ਗਏ ਜਿਵੇਂ ਪੰਛੀ ਜਿਹੜੇ ਹੈ ਆਲ੍ਹਣਿਆਂ ਦੇ ਵਿੱਚੋਂ ਪਹੁੰਚ ਜਾਂਦੇ ਹੈ ਉਹ ਰੈਸਟ ਕਰਨ ਵਾਸਤੇ। ਉਸ ਤੋਂ ਬਾਅਦ ਜਿਹੜੀਆਂ ਕੋਈ ਗੇਮਸ ਨਜ਼ਰ ਨਹੀਂ ਆਉਣਗੀਆਂ। ਤਾਂ ਇਹ ਸਿੰਪਲ ਜੀ ਬਟ ਇੱਕ ਪੋਇਮ ਸੀ। ਉਸ ਤੋਂ ਬਾਅਦ ਆਪਾਂ ਇਹਦਾ ਜਿਹੜਾ ਕੰਪਰੀਹੈਂਸ਼ਨ ਵਾਲਾ ਪਾਰਟ ਹੈ ਉਹ ਕਰਦੇ ਹਾਂ। Now first stanza for comprehension. The sun does arise and make happy the skies. The merry bells ring to welcome the spring. The skylark and thrush, the birds of the bush, sing louder around to the bells' cheerful sound, while our sports shall be seen on the echoing green. Name the poem and the poet. ਜੋ ਵੀ ਪੁੱਛਿਆ ਹੋਊਗਾ ਤੁਸੀਂ ਇਹਦੇ 'ਚ ਦੱਸਣਾ ਹੋਊਗਾ। ਇੱਥੇ ਮੈਂ ਤੁਹਾਨੂੰ ਕੀ ਪੁੱਛਿਆ, ਨੇਮ ਦਾ ਪੋਇਮ। The name of the poem is The Echoing Green and the name of the poet is William Blake. Name the birds which sing to welcome the spring. ਕਿਹੜੇ birds sing ਕਰਦੇ ਆ? The skylark and thrush are the birds which sing to welcome the spring. Full stop. What purpose does the ringing of the merry bells serve in the poem? ਕੀ purpose serve ਕਰਦੇ ਆ? ਜਿਹੜੀਆਂ ਮੈਰੀ ਬੈਲਸ ਰਿੰਗ ਕਰ ਰਹੀਆਂ, ਮੈਰੀ ਬੈਲਸ ਕੀ ਕਰ ਰਹੀਆਂ, ਉਹ ਵੈਲਕਮ ਕਰਨ ਦੇ ਲਈ ਘੰਟੀਆਂ ਵੱਜ ਰਹੀਆਂ। ਦ ਮੈਰੀ ਬੈਲਸ ਆਰ ਰਿੰਗਿੰਗ ਟੂ ਵੈਲਕਮ ਦ ਸਪਰਿੰਗ। ਹਾਊ ਕੈਨ ਯੂ ਸੇ ਦੈਟ ਦ ਮੂਡ ਇਨ ਦ ਪੋਇਮ ਇਜ਼ ਹੈਪੀ ਐਂਡ ਕੇਅਰ ਫਰੀ ਸੈਲੀਬ੍ਰੇਟਿੰਗ ਏ ਕਲੋਜ਼ ਬੌਂਡ ਬਿਟਵੀਨ ਮੈਨ ਐਂਡ ਨੇਚਰ। ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਜਿਹੜਾ ਪੋਇਮ ਦਾ ਜਿਹੜਾ ਮੂਡ ਹੈ ਨਾ ਉਹ ਹੈਪੀ ਹੈ, ਖੁਸ਼
ਮੂਡ ਵਿੱਚ ਬਣਾਇਆ ਗਿਆ ਇਸ ਪੋਇਮ ਨੂੰ। ਤੇ ਜਿਹੜਾ ਕੇਅਰ ਫਰੀ ਤੇ ਦੂਜਾ ਦੱਸਿਆ ਬੇਟੇ ਕਲੋਜ਼ ਬੌਂਡ ਬਿਟਵੀਨ ਮੈਨ ਐਂਡ ਨੇਚਰ। The mood in the poem is happy. The sky is bright with sunlight. The sun does arise. The merry bells are ringing. ਚਰਚ ਵਿੱਚ ਘੰਟੀਆਂ ਵੱਜ ਰਹੀਆਂ, ਮੈਰੀ ਬੈਲਸ ਵੱਜ ਰਹੀਆਂ। ਕਾਹਦੇ ਲਈ? ਸਪਰਿੰਗ ਦਾ ਵੈਲਕਮ ਕਰਨ ਦੇ ਲਈ। ਸਪਰਿੰਗ ਸੀਜ਼ਨ ਹੈ ਸੈਟ ਇਨ। ਦ ਬਰਡਸ ਆਰ ਸਿੰਗਿੰਗ, ਆਪਾਂ ਸੁਣਿਆ ਸੀ ਨਾ, ਦ ਸਕਾਈਲਾਰਕ ਐਂਡ ਥਰਸ਼। ਦ ਚਿਲਡਰਨ ਆਰ ਪਲੇਇੰਗ ਹੈਪੀਲੀ, ਬੱਚੇ ਵੀ ਖੁਸ਼ੀ ਖੁਸ਼ੀ ਖੇਡ ਰਹੇ ਆ। ਤਾਂ ਫਿਰ ਮੂਡ ਕੀ ਬਣਿਆ? ਹੈਪੀ। ਇਟ ਆਲਸੋ ਸ਼ੋਜ਼ ਏ ਕਲੋਜ਼ ਬੌਂਡ। ਬੌਂਡ ਕਿਸ ਤਰ੍ਹਾਂ ਦਾ? ਆਪਸੀ ਬੰਧਨ ਕਿਸ ਤਰ੍ਹਾਂ ਦਾ? ਕਲੋਜ਼ ਬੌਂਡ ਹੈ ਬਿਟਵੀਨ ਮੈਨ ਐਂਡ nature. Second stanza. Till the little ones weary, no more can be merry. The sun does descend, and our sports have an end. Round the laps of their mothers, many sisters and brothers, like birds in their nest, are ready for rest, and sport no more seen on the darkening green. What do the words weary, descend, end and rest suggest? ਹੁਣ ਇਹ ਜਿਹੜੇ ਵਰਡਸ ਪੁੱਛੇ ਆ, ਵੀਰੀ, ਡਿਸੈਂਡ ਤੇ ਰੈਸਟ, ਇਹ ਕੀ ਸੁਜੈਸਟ ਕਰਦੇ, ਕੀ ਸ਼ੋ ਕਰਦੇ ਆ? ਦੇ ਸੁਜੈਸਟ ਦੈਟ all the activities on the echoing green are going to end. ਇਹ ਕੀ ਸ਼ੋ ਕਰਦੇ ਆ? ਵੀ echoing green ਤੇ ਸਾਰੀਆਂ ਐਕਟੀਵਿਟੀਜ਼ ਉਹ ਖਤਮ ਹੋਣ ਜਾ ਰਹੀਆਂ, ਕਿਉਂਕਿ ਵੀਰੀ ਮੈਨੇ ਕੀ ਹੁੰਦਾ? ਥੱਕਣਾ। ਬੱਚੇ ਥੱਕ ਗਏ, ਘਰਾਂ ਨੂੰ ਗਏ, ਸਪੋਰਟਸ ਬੰਦ ਹੋ ਗਈਆਂ। ਡਿਸੈਂਡ, ਸੂਰਜ ਛਿਪਦਾ ਤਾਂ ਹੁਣ ਦਿਨ ਦਾ ਟਾਈਮ ਖਤਮ ਹੋ ਗਿਆ, ਰਾਤ ਆ ਗਈ। ਐਂਡ ਹੋਣਾ ਤੇ ਰੈਸਟ ਕਰਨਾ, ਸਪੋਰਟਸ ਐਂਡ ਹੋ ਗਈਆਂ। ਤੇ ਰੈਸਟ ਦਾ ਮਤਲਬ ਇੱਥੇ ਬੱਚਿਆਂ ਦੇ ਘਰੇ ਜਾ ਕੇ ਆਰਾਮ ਕਰਨ ਤੋਂ ਹੈ, ਆਪਦੀਆਂ ਮਾਵਾਂ ਕੋਲੇ ਪਹੁੰਚਣ ਤੋਂ ਹੈ। ਤੇ ਫਾਈਨਲ ਰੈਸਟ, ਜਿਵੇਂ ਬੰਦੇ ਦਾ ਫਾਈਨਲ ਰੈਸਟ ਹੁੰਦਾ ਹੈ, ਜਿਵੇਂ ਉਹਨੂੰ ਮੌਤ ਆਉਂਦੀ ਹੈ। ਤਾਂ ਇਹ ਸਾਰੀਆਂ ਚੀਜ਼ਾਂ ਸ਼ੋ ਕਰਦੀਆਂ ਵੀ ਐਕਟੀਵਿਟੀਜ਼ ਜਿਹੜੀਆਂ ਉਹ ਇਕੁਇੰਗ ਗ੍ਰੀਨ ਤੇ ਬੰਦ ਹੋਣ ਲੱਗੀਆਂ। ਨੇਮ ਦਾ ਥਿੰਗਸ ਦੈਟ ਟੇਕ ਰੈਸਟ ਐਟ ਦਾ ਐਂਡ ਆਫ ਦਾ ਡੇ। ਕੌਣ ਕੌਣ ਦਿਨ ਦੇ ਐਂਡ ਆਫ ਦੇ ਡੇ ਤੇ ਉਹ ਆਰਾਮ ਕਰਦੇ ਆ? ਚਿਲਡਰਨ ਇਨ ਦੇਅਰ ਮਦਰਸ ਲੈਪਸ ਐਂਡ ਬਰਡਸ ਇਨ ਦੇਅਰ ਨੈਸਟਸ। ਬੱਚੇ ਆਪਦੀਆਂ ਮਾਵਾਂ ਦੀਆਂ ਗੋਦੀਆਂ ਵਿੱਚ ਤੇ ਬਰਡਸ ਨੈਸਟ ਵਿੱਚ ਜਾ ਕੇ ਆਰਾਮ ਕਰਦੇ ਆ। ਟੇਕ ਰੈਸਟ ਐਟ ਦਾ ਐਂਡ ਆਫ ਦਾ ਡੇ। ਥਰਡ ਕੁਐਸਚਨ, ਵਾਈ ਹੈਜ਼ ਦਾ ਇਕੁਇੰਗ ਗ੍ਰੀਨ ਬਿਕਮ ਦਾ ਡਾਰਕਨਿੰਗ ਗ੍ਰੀਨ? ਇਕੁਇੰਗ ਗ੍ਰੀਨ ਡਾਰਕਨ ਗ੍ਰੀਨ ਕਿਵੇਂ ਬਣ ਜਾਂਦੀ ਹੈ? ਡਾਰਕਨ ਕਿਵੇਂ ਹੋ ਜਾਂਦੀ ਹੈ? ਦਾ ਸਨ ਸੈਟਸ, ਸੂਰਜ ਛਿਪ ਗਿਆ ਤੇ ਨਾਈਟ ਆ ਗਈ, ਨਾਈਟ ਫਾਲਸ, ਨਾਈਟ ਆ ਗਈ, ਰਾਤ ਹੋ ਗਈ। ਐਂਡ ਦਾ ਇਕੁਇੰਗ ਗ੍ਰੀਨ darkening green. Name the figure of speech used in the lines many sisters and brothers in their nests ready for rest are ready for rest. The figure of speech used in this line is simile. ਹੁਣ ਇੱਕ ਇਹ ਬੜੇ ਸਮਝਣ ਵਾਲਾ, ਆਪਾਂ ਪਹਿਲੀਆਂ ਪੋਇਮਸ ਦੇ ਵਿੱਚ ਵੀ ਇਹ ਦੇਖਿਆ ਸੀਗਾ, ਜਦੋਂ ਆ ਜਾਵੇ ਨਾ ਲਾਈਕ ਤਾਂ ਉਦੋਂ ਫਿਗਰ ਆਫ ਸਪੀਚ ਕੀ ਹੁੰਦਾ? ਸਿਮਲੀ। ਆਪਾਂ ਪੜ੍ਹਿਆ ਸੀ ਨਾ, ਪਰਸੋਨੀਫਿਕੇਸ਼ਨ, ਸਿਮਲੀ, ਮੈਟਾਫਰ। ਇੱਥੇ ਕੀ ਕੀਤਾ ਗਿਆ ਕੰਪੇਅਰ ਵੀ ਬ੍ਰਦਰਸ ਤੇ ਸਿਸਟਰਸ ਉਹ ਕਿੰਨਾ ਵਾਂਗੂ ਆਰਾਮ ਕਰਦੇ ਆ? ਬਰਡਸ ਵਾਂਗੂ ਆਰਾਮ ਕਰਦੇ ਆ। ਜਿਵੇਂ ਬੱਚੇ ਆ ਆਪਦੀਆਂ ਮਾਵਾਂ ਕੋਲ, ਬਰਡਸ ਆਪਦੇ ਨੈਸਟ ਵਿੱਚ ਪਹੁੰਚਦੇ ਆ। ਤਾਂ ਕੰਪੇਅਰ ਕਿਹਦੇ ਨਾਲ ਕੀਤਾ ਗਿਆ? ਵਰਡ ਲਾਈਕ ਨਾਲ। ਜਦੋਂ ਲਾਈਕ ਆ ਜਾਵੇ ਤਾਂ ਕੀ ਆਪਾਂ ਆਨਸਰ ਦੇਣਾ? ਸਿਮਲੀ। ਇੱਕ ਹੋਰ ਕੁਐਸਚਨ ਹੈ ਬੇਟੇ, give the rhyme scheme in the first 4 lines in the stanza. ਪਹਿਲੀਆਂ 4 ਲਾਈਨਾਂ ਵਿੱਚ ਰਾਈਮ ਸਕੀਮ ਕੀ ਹੈ? ਰਾਈਮ ਸਕੀਮ ਦਾ ਮਤਲਬ ਕੀ ਹੈ ਬੇਟੇ? ਜਿਵੇਂ ਮੰਨ ਲਓ ਵੀਰੀ ਤੇ ਮੈਰੀ ਇੱਕੋ ਜਿਹੇ ਆਵਾਜ਼ਾਂ ਨਿਕਲਦੀਆਂ, ਤਾਂ ਫਿਰ ਏ ਦੋਨਾਂ 'ਚ ਏ ਮਤਲਬ ਇੱਥੇ ਵੀ ਏ ਹੈ, ਇੱਥੇ ਵੀ ਸੇਮ ਹੈ। ਇੱਥੇ ਡਿਸੈਂਡ ਤੇ ਐਂਡ ਇੱਕੋ ਜਿਹੀ ਆਵਾਜ਼ ਹੈ, ਫਿਰ ਕੀ ਬਣ ਗਿਆ? ਰਾਈਮ ਸਕੀਮ ਕੀ ਬਣ ਗਈ? ਏ ਬੀ। ਜੇ ਮੰਨ ਲਓ 6 ਲਾਈਨਾਂ ਪੁੱਛੀਆਂ ਹੁੰਦੀਆਂ, ਫਿਰ ਕੀ ਲਾਣਾ ਸੀ ਤੁਸੀਂ? ਮਦਰਸ ਐਂਡ ਅਲੱਗ ਬਣ ਗਈ ਨਾ, ਫਿਰ ਆਪਾਂ ਨਾਲ ਕੀ ਲਿਖ ਦੇਣਾ ਸੀ? ਸੀ ਵੀ ਐਡ ਕਰ ਦੇਣਾ ਸੀ। ਜੇਕਰ ਆ ਵੀ ਵਿੱਚ ਇਨਕਲੂਡ ਕਰਨਾ ਹੋਣਾ, ਫਿਰ ਆਪਾਂ ਡੀ ਵੀ ਨਾਲ ਵਿੱਚ ਲਿਖ ਦੇਣਾ ਸੀ।
ਉਸ ਤੋਂ ਬਾਅਦ ਜੇ ਹੋਰ ਪੁੱਛਦੇ ਤਾਂ ਆਪਾਂ ਫਿਰ ਇਹ ਆ ਵੀ ਐਡ ਕਰ ਸਕਦੇ ਸੀਗੇ। ਤਾਂ ਬੇਟੇ ਇਹ ਤੁਹਾਡੀਆਂ ਜਿਹੜੇ ਸਟੈਂਜਾ ਸੀ ਦੋ, ਤੁਸੀਂ ਇਹਨੂੰ ਧਿਆਨ ਨਾਲ ਸੁਣਨਾ ਹੈ, ਪੜ੍ਹਨਾ ਹੈ ਤੇ ਲਿਖ ਕੇ ਦੇਖ ਲੈਣਾ ਹੈ। ਹੁਣ ਆਪਾਂ ਪੜ੍ਹਦੇ ਹਾਂ ਐਸ ਪੋਇਮ ਦਾ ਸੈਂਟਰਲ ਆਈਡੀਆ। Central idea of the poem, the echoing green. In William Blake's poem, William Blake poet है, poem The Echoing Green, we get a picture of lovely green landscape. ਇਹੋ ਜਿਹਾ ਨਜ਼ਾਰਾ ਸ਼ੋ ਕੀਤਾ ਗਿਆ, ਲਵਲੀ ਗ੍ਰੀਨ ਲੈਂਡਸਕੇਪ ਮਤਲਬ ਜਿਹੜੇ ਮੈਦਾਨ ਹੈ ਲਵਲੀ ਗ੍ਰੀਨ ਹੈ। ਵਿਦ ਚੀਅਰਫੁਲ ਸਾਊਂਡਸ ਆਫ ਦ ਚਿਲਡਰਨ, ਬੱਚਿਆਂ ਦੀਆਂ ਆਵਾਜ਼ਾਂ ਚੀਅਰਫੁਲ ਸਾਊਂਡਸ ਜਿਹੜੀਆਂ ਉਹ ਆ ਰਹੀਆਂ। ਸੌਂਗਸ ਆਫ ਦਾ ਬਰਡਸ ਉੱਥੇ ਸਿੰਗ ਕਰ ਰਹੇ ਹੈ। ਐਂਡ ਰਿੰਗਿੰਗ ਆਫ ਦਾ ਮੈਰੀ ਬੈਲਸ, ਚਰਚ ਵਿੱਚ ਮੈਰੀ ਬੈਲਸ ਖੁਸ਼ੀਆਂ ਵਾਲੀਆਂ ਘੰਟੀਆਂ ਵੱਜ ਰਹੀਆਂ। ਐਜ਼ ਦਾ ਚਿਲਡਰਨ ਪਲੇ, ਬੱਚੇ ਖੇਡ ਰਹੇ ਹੈ। ਦਾ ਓਲਡ ਪੀਪਲ ਵਾਚ ਦੈਮ, ਬੁੱਢੇ ਲੋਕ ਉਹਨਾਂ ਨੂੰ ਦੇਖਦੇ ਹੈ। ਦਾ ਓਲਡ ਪੀਪਲ ਆਰ ਰਿਮਾਈਂਡਡ ਆਫ ਦੇਅਰ ਓਨ ਚਾਈਲਡਹੁੱਡ, ਅਤੇ ਉਹਨਾਂ ਨੂੰ ਆਪਣੇ ਬਚਪਨ ਦੀ ਯਾਦ ਆ ਜਾਂਦੀ ਹੈ। ਦੇ ਫੋਰਗੇਟ ਦੇਅਰ ਵਰੀਜ਼, ਉਹ ਆਪਦੀਆਂ ਚਿੰਤਾਵਾਂ ਨੂੰ ਭੁੱਲ ਜਾਂਦੇ ਹੈ। ਫੋਰ ਦਾ ਟਾਈਮ ਬੀਇੰਗ, ਇੱਕ ਟਾਈਮ ਦੇ ਲਈ ਉਹ ਚਿੰਤਾਵਾਂ ਨੂੰ ਭੁੱਲ ਜਾਂਦੇ ਹੈ। ਐਟ ਸਨਸੈਟ ਦਾ ਚਿਲਡਰਨ ਗੋ ਬੈਕ ਟੂ ਦੇਅਰ ਹੋਮਸ, ਜਦੋਂ ਸੂਰਜ ਛਿਪਦਾ ਡਿਸੈਂਡ ਕਰਦਾ ਤਾਂ ਬੱਚੇ ਵਾਪਸ ਆਪਦੇ ਘਰਾਂ ਨੂੰ ਜਾਂਦੇ ਹੈ। ਲਾਈਕ ਦਾ ਬਰਡਸ, ਕਿੰਨਾ ਵਾਂਗੂ, ਪੰਛੀਆਂ ਵਾਂਗੂ। ਗੋ ਬੈਕ ਟੂ ਦੇਅਰ ਨੈਸਟ, ਜਿਵੇਂ ਪੰਛੀ ਆਪਦੇ ਆਲ੍ਹਿਆਂ ਨੂੰ ਜਾਂਦੇ ਹੈ ਉਵੇਂ ਬੱਚੇ ਆਪਦੇ ਮਾਵਾਂ ਕੋਲੇ ਘਰੇ ਜਾਂਦੇ ਹੈ। ਦਾ ਪ੍ਰੈਜ਼ੈਂਸ ਆਫ ਚਿਲਡਰਨ, ਹੁਣ ਬੱਚਿਆਂ ਦੀ ਮੌਜੂਦਗੀ, ਬਰਡਸ ਦੀ ਮੌਜੂਦਗੀ ਅਤੇ ਮੈਨ ਐਂਡ ਵੀਮਨ ਔਨ ਦਾ ਗਰਾਊਂਡ, ਵੀ ਐਸ ਇਕੁਇੰਗ ਗ੍ਰੀਨ 'ਤੇ ਜਦੋਂ ਆਹ ਸ਼ੋਅ ਹੋ ਰਿਹਾ ਹੈ, ਮਤਲਬ ਕਿ ਇਕੁਇੰਗ ਗ੍ਰੀਨ ਕੀ ਹੈ, ਨੇਚਰ ਹੈ, ਅਤੇ ਉੱਥੇ ਚਿਲਡਰਨ, ਬਰਡਸ, ਮੈਨ ਐਂਡ ਵੀਮਨ ਇਹ ਸਾਰੇ ਉੱਥੇ ਮੌਜੂਦ ਹੈ। ਤਾਂ ਇਹ ਕੀ ਸ਼ੋਅ ਕਰਦਾ ਹੈ, ਸ਼ੋਜ਼ ਦੈਟ ਦੇਅਰ ਇਜ਼ ਏ ਕਲੋਜ਼ ਬੌਂਡ ਬਿਟਵੀਨ ਮੈਨ ਐਂਡ ਨੇਚਰ। ਕੀ ਸ਼ੋਅ ਕਰਦਾ ਹੈ ਵੀ ਬੜਾ ਕਲੋਜ਼, ਨੇੜੇ ਦਾ ਬੰਧਨ ਹੈ, ਆਪਸ ਵਿੱਚ ਉਹਨਾਂ ਦਾ ਬੰਧਨ ਹੈ, ਕਹਿੰਦੇ ਮੈਨ ਤੇ ਨੇਚਰ ਦੇ। ਤਾਂ ਬੇਟੇ ਇਹ ਸੈਂਟਰਲ ਆਈਡੀਆ ਤੁਸੀਂ ਲਿਖ ਕੇ ਦੇਖਣਾ ਜ਼ਰੂਰ, ਠੀਕ ਹੈ। ਤਿਆਰੀ ਕਰਨੀ ਹੈ ਸਾਰੀ ਪੋਇਮ ਦੀ, ਅਤੇ ਤੁਹਾਡਾ ਟੈਸਟ ਵੀ ਤੁਸੀਂ ਵਧੀਆ ਕਰਨਾ ਹੈ। ਥੈਂਕ ਯੂ।